ਭਲਿਓ ਲੋਕੋ, ਪਾਪਾ ਦਾ ਡੇਲਾ ਤੁਹਾਨੂੰ ਰੱਬ ਨੇ ਦਿੱਤਾ ਤੇ 15-15 ਕਿਲੋ ਦੀ ਸਿਰੀ ਦਿੱਤੀ ਹੈ ਤੇ ਸਿਰੀ ਦੇ ਵਿੱਚ ਇੱਕ ਦਿਮਾਗ ਦਿੱਤਾ ਹੈ ਤੇ ਅੰਨੇ ਹੋਏ ਬੈਠੇ ਹੋ, ਨਾ ਵੇਖਦੇ ਹੋ ਨਾ ਸੋਚਦੇ ਹੋ। ਤੁਹਾਨੂੰ ਨਾ ਪਤਾ ਕੀ ਹੋ ਗਿਆ ਹੈ ਤੇ ਕੀ ਹੋਣ ਵਾਲਾ ਹੈ। ਹੁਣ ਇਹ ਚੁੱਕਿਆ ਨਹੀਂ ਜਾਣਾ। ਉਹ ਮੁਖਤਾਰੇ ਵਾਲੀ ਗੱਲ ਬਹੁਤ ਪਿੱਛੇ ਰਹਿ ਗਈ। ਉਹ ਮੁਖਤਾਰਾ ਬਹੁਤ ਛੋਟਾ, ਹੁਣ 100 ਮੁਖਤਾਰਾ ਤੋਂ ਵੱਧ ਗੱਲ ਵੱਧ ਗਈ ਹੈ। ਤੇ ਪਰ ਇਹ ਹੈ, ਤੁਹਾਡੇ ਕੋਲ ਹੁਣ ਮੈਂ ਦੱਸਣੀ ਹੈ, ਤੁਹਾਡੇ ਕੋਲ ਸਹੀ ਨਹੀਂ ਜਾਣੀ। ਮੈਂ ਦੱਸਣ ਲੱਗਾ, ਸਹੀ ਨਹੀਂ ਜਾਣੀ। ਭਾਵੇਂ ਤੁਸੀਂ, ਤੁਹਾਡੇ ਜ਼ਮੀਰ ਮੁਰਦਾਰ ਹੋ ਚੁੱਕੇ, ਉਹਨਾਂ ਚੋਂ ਬੋ ਆ ਰਹੀ ਹੈ, ਭਾਵੇਂ ਤੁਹਾਡੀ ਸੋਚ 'ਚ ਕੀੜੇ ਪੈ ਚੁੱਕੇ ਨੇ, ਉਹ ਸਹੀ ਨਹੀਂ ਜਾਣੀ, ਝੱਲੀ ਨਹੀਂ ਜਾਣੀ। ਭਾਵੇਂ ਤੁਸੀਂ ਹਿਰਸਾਂ ਦੇ ਕੁੱਤੇ ਹੋ ਚੁੱਕੇ ਹੋ, ਭਾਵੇਂ ਤੁਸੀਂ ਹਲਕੇ ਕੁੱਤੇ ਹੋ ਚੁੱਕੇ, ਹਿਰਸਾ ਦੇ ਹਲਕੇ ਕੁੱਤੇ, ਬੌਲੇ ਕੁੱਤੇ, ਤੁਸੀਂ ਅਸੀਂ ਸਾਰੇ, ਉਹ ਝੱਲੀ ਨਹੀਂ ਜਾਣੀ। ਭਾਵੇਂ ਕੰਜਰ ਬਾਜ਼ਾਰ ਦੇ ਵਿੱਚ ਜਿਹੜਾ ਮੋਢੇ ਤੇ ਸਾਫਾ ਰੱਖ ਕੇ ਫਿਰਦਾ ਹੁੰਦਾ ਨਾ ਇੱਕ ਦਲਾਲ, ਭਾਵੇਂ ਉਸ ਲੈਵਲ ਤੇ ਕੌਮ ਪਹੁੰਚ ਚੁੱਕੀ ਹੈ, ਇਹ ਗੱਲ ਝੱਲੀ ਨਹੀਂ ਜਾਣੀ। ਭਾਵੇਂ ਇਹ ਸਮਝੋ ਕਿ ਤੁਸੀਂ ਇਤਨੇ ਅੰਨੇ ਹੋ ਗਏ ਹੋ ਕਿ ਤੁਹਾਨੂੰ ਨਾ ਰੱਬ ਤੇ ਯਕੀਨ ਹੈ, ਨਾ ਦੁਨੀਆ ਦੀ ਕਿਸੇ ਤੇ ਯਕੀਨ ਹੈ, ਨਾ ਕਾਰਮਾਂ ਤੇ ਯਕੀਨ ਹੈ, ਨਾ ਮਕਾਫਾ ਤੇ ਅਮਲ ਤੇ ਯਕੀਨ ਹੈ, ਨਾ ਸਿਲਾ ਰਹਿਮੀਆਂ, ਨਾ ਤੁਹਾਡੇ ਸੀਨੇ 'ਚ ਰਹਿਮ ਹੈ, ਨਾ ਤੁਹਾਨੂੰ ਇਹ ਸੋਚਿਆ ਕਿ ਆਹ ਜਿਹੜੇ ਪਿੱਛੇ ਜਿੰਨਾ ਵੀ ਸਾਨੂੰ ਜੰਮਿਆ ਦਾਦੇ ਪੜਦਾਦੇ, ਉਹ ਮਰ ਚੁੱਕੇ, ਮਰਨਾ ਪੈਂਦਾ ਹੈ, ਮਰਨਾ ਹਕੀਕਤ ਹੈ, ਮੌਤ ਸਭ ਨੂੰ ਪਤਾ, ਮੌਤ ਸਾਰੇ ਮੰਨਦੇ ਹਕੀਕਤ, ਇੰਨਾ ਹੀ ਨਹੀਂ ਮੰਨਦੇ ਨਾ ਵੀ ਅੱਗੇ ਕੀ ਹੋਣਾ। ਤੇ ਫਿਰ ਦੇ ਕੀ ਜਾਣਾ ਜੇ ਅੱਗੇ ਨਹੀਂ ਹੋਣਾ। ਤੇ ਜਿਹੜੀ ਤੁਸੀਂ ਕੀ ਲੈ ਗਿਆ ਹੋ, ਜੇ ਉਹ ਤੁਹਾਡੇ ਵੱਡੇ ਕੀ ਲੈ ਗਿਆ ਉੱਥੇ ਜਾ ਕੇ, ਕੀ ਪਤਾ। ਜੇ ਤੁਸੀਂ ਇਹ ਕਹਿੰਦੇ ਹੋ ਬਈ ਕੁਛ ਨਹੀਂ ਹੋਣਾ, ਚਲੋ ਇਹ ਤੁਹਾਡੀ, ਤੇ ਜੇ ਕੁਛ ਹੋਇਆ ਤੇ ਹੁਣ ਆ ਜਾਓ ਤੁਸੀਂ। ਹੁਣ ਅੱਗ ਜਿਹੜੀ ਹੈ ਤੁਹਾਡੇ ਘਰ ਵੱਲ ਆ ਰਹੀ ਹੈ। ਹੁਣ ਤੁਸੀਂ ਸੁਣਨੀ ਹੈ ਮੇਰੀ ਗੱਲ, ਸਹਿਣੀ ਨਹੀਂ, ਸੁਣਨੀ ਹੈ। ਇਸ ਲਈ ਸੁਣਨੀ ਹੈ ਕਿ ਹੁਣ ਅੱਗ ਤੁਹਾਡੇ ਘਰ ਵੱਲ ਤੁਰ ਪਈ ਹੈ। ਤੇ ਇਹ ਅਲਹਮਦੁਲਿਲਾ ਸਾਡੀ ਕੌਮ ਦੀ ਫਿਤਰਤ ਹੈ ਕਿ ਜਿੰਨਾ ਚਿਰ ਅੱਗ ਮੇਰੇ ਘਰ ਨੂੰ ਨਹੀਂ ਲੱਗਦੀ ਨਾ, ਮੈਨੂੰ ਕੋਈ ਪਰਵਾਹ ਨਹੀਂ, ਭਾਵੇਂ ਦੁਨੀਆ ਦੇ ਉੱਤੇ ਕੀ ਹੋਣ ਡਿਆ ਤੇ ਕੀ ਨਹੀਂ ਹੋਣ ਡਿਆ। ਬਾਹਰ ਲੋਕੀ ਅੱਗੇ ਕਿਸੇ ਜ਼ਮਾਨੇ ਪੁੱਛਦੇ ਸੀ ਕਿ ਲਾਲ ਹਨੇਰੀ ਆਈ ਯਾਰ, ਹੋ ਕੋਈ ਖੂਨ ਹੋ ਗਿਆ। ਫੇਰ ਜਨਾਬ ਖੂਨ ਇੰਨੇ ਹੋਣ ਲੱਗ ਪਏ ਵੀ ਲਾਲ ਹਨੇਰੀ ਆਉਣੋਂ ਹਟ ਗਈ। ਫੇਰ ਇਹ ਸੀ ਕਿ ਬਈ ਕਿਤੇ ਧਮਾਕਾ ਹੋਏ, ਓਏ ਹੋਏ ਬੜੇ ਬੰਦੇ ਮਰ ਗਏ, ਇੰਨੇ ਮਰ ਗਏ ਯਾਰ, ਓਏ ਹੋਏ ਬੜੀ ਤਬਾਹੀ ਹੋ ਗਈ। ਫੇਰ ਅੱਗੇ ਗੱਲ ਵਧੀ ਤੇ ਫਿਰ ਲੋਕੀ ਜਦੋਂ ਧਮਾਕਾ ਹੁੰਦਾ ਸੀ ਨਾ, ਆ ਬੰਬ ਧਮਾਕਾ, ਲੋਕੀ ਸਿਰਫ ਇੱਕੋ ਗੱਲ ਪੁੱਛਦੇ ਸੀ, ਕਿੰਨੇ ਮਰਿਆ। ਫੇਰ ਇਹ ਨਹੀਂ ਸੀ ਪੁੱਛਦੇ ਕਿ ਇਹ ਨਹੀਂ ਸੀ, ਤਰਸ ਨਹੀਂ ਸੀ ਖਾਂਦੇ, ਹਮਦਰਦੀ ਨਹੀਂ ਸੀ ਵਿਖਾਉਂਦੇ, ਰੋਂਦੇ ਨਹੀਂ ਸੀ, ਪਿੱਟਦੇ, ਕਿੰਨੇ ਮਰਿਆ ਬਸ। ਫਿਰ ਇਹ ਤੋਂ ਗੱਲ ਵੱਧ ਗਈ, ਬੜੇ ਫਨਕਾਰ ਆ ਸੀ। ਫਿਰ ਇਹ ਹੈ ਕਿ ਸਾਡੇ ਕੋਲ ਆ ਗਿਆ ਮੋਬਾਈਲ, ਫਿਰ ਉਹ ਪੜਕੰਜਰਪੁਰੇ ਦਾ ਇੱਕ ਲੈਵਲ ਉਤਲਾ ਹੋ ਗਿਆ, ਸਾਡੇ ਕੋਲ ਮੋਬਾਈਲ ਆ ਗਈ। ਹੁਣ ਅਸੀਂ ਪਤਾ ਕੀ ਕਰਦੇ ਹਾਂ, ਦੋ ਬੰਦੇ ਲੜਨ ਡਿਆ ਹੋਣ, ਕਿਤੇ ਅੱਗ ਲੱਗੀ ਹੋਵੇ, ਕਿਤੇ ਮਰਨ ਡਿਆ ਹੋਣ, ਕੋਈ ਡੁੱਬਣ ਡਿਆ ਹੋਵੇ, ਕਿਸੇ ਦੇ ਪਿੱਛੇ ਕੁੱਤਾ ਲੱਗਾ ਹੋਵੇ, ਕਿਸੇ ਦੇ ਪਿੱਛੇ ਕੋਈ ਹੋਰ ਜਾਨਵਰ ਲੱਗਾ ਹੋਵੇ, ਕਿਸੇ ਨੂੰ ਕੋਈ 4 ਬੰਦੇ ਮਾਰਨ ਲੱਗੇ ਹੋਣ, ਕਿਸੇ ਨਾਲ ਧੱਕਾ ਹੋਣ ਡਿਆ ਹੋਵੇ, ਅਸੀਂ ਕੀ ਕਰਦੇ ਹਾਂ? ਅਸੀਂ ਹਾਈ ਕਲਾਸ ਦੇ ਕੰਜਰ ਹੋ ਚੁੱਕੇ ਹਾਂ। ਕੀ ਕਰਦੇ ਹਾਂ? ਅੱਗ ਨਾ ਲੱਗੇ ਮੇਰੇ ਲਫ਼ਜ਼ ਕੰਜਰ ਤੋਂ। ਕੰਜਰ ਤੇ ਛੋਟਾ ਲਫ਼ਜ਼ ਆ ਇਸ ਕੌਮ ਵਾਸਤੇ, ਬਹੁਤ ਛੋਟਾ ਜਿਹਾ ਲਫ਼ਜ਼ ਆ। ਅੱਗੇ ਸੁਣਨਾ ਜਰਾ। ਅਸੀਂ ਕੀ ਕਰਦੇ ਹਾਂ? ਮੋਬਾਈਲ ਨਾਲ ਵੀਡੀਓ ਬਣਾਉਂਦੇ। ਉਹ ਬੰਦੇ ਜਿਹੜੇ ਮੈਂ ਡੁੱਬਦੇ ਵੇਖੇ ਆ ਦਰਿਆ, ਸਵਾਰ ਦੇ ਇਲਾਕੇ 'ਚ, ਦਰਿਆ 'ਚ, ਅਗਰ ਉਹਨਾਂ ਨੂੰ ਬਰ ਵਕਤ ਕਿਸੇ ਤਰ੍ਹਾਂ ਕੋਈ ਰੱਸੀਆਂ ਜਾਂ ਕੋਈ ਉਹਨਾਂ ਦੀ, ਉਹ ਚੀਖਦੇ ਰਹਿ ਗਏ ਸਾਨੂੰ ਬਚਾਓ, ਲੇਕਿਨ ਵੀਡੀਓ ਬਣ ਰਹੀ ਸੀ। ਇੱਕ 100 ਤਰੀਕਾ ਹੁੰਦਾ, ਉਹ 10-15 ਫੁੱਟ ਦਾ ਵਿਚਕਾਰ ਫਾਸਲਾ ਸੀ। 100 ਤਰੀਕਾ ਹੁੰਦਾ ਹੈ, ਬੰਦੇ ਨੇ ਬੰਦਾ ਫੜਦਾ, ਕੋਈ ਪਿਛਲੇ ਬੰਨੇ ਰੱਸਾ ਫੜਦੇ, ਇੱਕ ਰੱਸਾ ਫੜਦਾ, ਦੂਜਾ ਫੜਦਾ, ਲੱਕੜ ਬੰਨਦੇ ਉਹਦੇ ਨਾਲ, ਬੜੇ ਤਰੀਕੇ ਹੁੰਦੇ ਨੇ। ਕੋਈ ਮਦਦ ਕਰਨ ਦੀ ਲੋੜ ਹੋਵੇ ਤੇ ਜਟਾਕੇ ਤਰੀਕੇ ਨਾਲ ਬੜੇ ਤਰੀਕੇ ਹੁੰਦੇ ਨੇ। ਉਹ ਹੋਰ ਵੀ ਹੋ ਸਕਦਾ ਸੀ, ਕੋਈ ਵੱਡੀ ਚੀਜ਼ ਵੀ ਆ ਸਕਦੀ, ਕੋਈ ਵੱਡਾ ਮੋਛਾ ਲੈ ਆਉਂਦੇ ਜਾਂ ਕੁਝ, ਪਰ ਨਹੀਂ, ਉਹ ਪਿੱਟਦੇ ਰਹੇ ਸਾਨੂੰ ਬਚਾਓ। ਇੱਕ ਗਿਆ, ਦੂਜਾ ਗਿਆ, ਤੀਜਾ ਰੁੜਿਆ, 5ਵੀਂ ਰੁੜੀ, 6ਵਾਂ ਰੁੜਿਆ, 7ਵੀਂ ਰੁੜੀ, ਬੀਬੀਆਂ ਵੀ ਮੁੱਕ ਗਈਆਂ, ਬੰਦੇ ਵੀ ਮੁੱਕ ਗਏ। ਇੱਕ ਕੋਈ ਪਤਾ ਨਹੀਂ, ਕੋਈ ਢੀਠ ਸੀ ਕਿੱਡਾ ਜਾਂ ਕੋਈ ਕੀ ਸੀ, ਉਹਨੇ ਕਿਸੇ ਨੂੰ ਵੀ ਨਹੀਂ ਬਚਾਇਆ, ਲੇਕਿਨ ਉਹ ਆਪ ਬਚ ਕੇ ਬਾਹਰ ਆਇਆ। ਹੁਣ ਇੰਨੇ ਬੰਦੇ ਜਿਹੜੇ ਮਰੇ ਆ, ਉਹ ਇਸ ਵਾਸਤੇ ਮਰੇ, ਉਹਨਾਂ 'ਚ ਸਾਰੇ ਨਹੀਂ ਸੀ ਮਰਨੇ। ਕਿਉਂ? ਸਾਨੂੰ ਫੁਰਸਤ ਨਹੀਂ ਸੀ, ਸਾਡੇ ਕੋਲ ਟਾਈਮ ਨਹੀਂ ਸੀ, ਅਸੀਂ ਵੀਡੀਓ ਬਣਾਉਣੀ ਸੀ।
ਹੁਣ ਗੱਲ ਜਿਹੜੀ ਹੈ ਨਾ ਵੀਡੀਓ ਤੱਕ ਪਹੁੰਚ ਗਈ ਹੈ। ਹੁਣ ਕਿੱਡਾ ਵੀ ਜ਼ੁਲਮ ਅਸੀਂ ਕਹਿੰਦੇ ਵੀਡੀਓ ਬਣਾਓ ਵੀਡੀਓ। ਕਿਉਂ ਵੀਡੀਓ ਤੁਸੀਂ ਥਾਣੇ ਲੈ ਕੇ ਜਾਣੀ ਔਰ ਥਾਣੇ ਵਾਲਿਆਂ ਨੂੰ ਮੰਨ ਲਈ ਜਾਣੀ? ਕਿਆ ਉਹ ਕਾਨੂੰਨ ਦੇ ਤਹਿਤ ਆ ਜਾਣੀ? ਕਿਆ ਜੱਜ ਨੇ ਮੰਨ ਲੈਣੀ? ਕਿਆ ਉੱਤੇ ਫੈਸਲਾ ਹੋ ਜਾਣਾ? ਕਿਆ ਉਸ ਵੀਡੀਓ ਦੇ ਉੱਤੇ ਤੁਸੀਂ ਮੁਜਰਮ ਫੜ ਲੈਣਾ? ਕੀ ਹੋ ਜਾਣਾ ਉਸ ਵੀਡੀਓ ਤੇ? ਕੁਝ ਵੀ ਨਹੀਂ। ਤੁਸੀਂ ਮਦਦ ਕਰੋ। ਇੱਕ ਜੇ ਬਹੁਤਾ ਸ਼ੌਕ ਹੈ ਇੱਕ ਭੜਵਾ ਵੀਡੀਓ ਬਣਾਈ ਜਾਏ, ਬਾਕੀ ਮਦਦ ਕਰੋ। ਪਰ ਨਹੀਂ। ਚਲੋ ਹੁਣ ਤੁਹਾਡੇ ਤੱਕ ਘਰ ਤੱਕ ਅੱਗ ਵੀ ਪਹੁੰਚਣੀ ਹੈ, ਮਿਰਚਾਂ ਵੀ ਲੱਗਣੀਆਂ। ਹੁਣ ਤੁਹਾਨੂੰ ਇਸ ਲਈ ਕਿ ਐਰਕਾਂ ਆਪਣਾ ਝੁੱਗਾ ਸਿੱਧਾ ਜੇ, ਐਰਕਾਂ ਸਿੱਧਾ ਆਪਣੇ ਝੁੱਗੇ ਤੇ ਆਣੀ ਜਾ ਕੇ, ਯਾਨੀ ਅੱਗ ਤੁਹਾਡੇ ਤੱਕ ਪਹੁੰਚ ਗਈ ਹੈ। ਅੱਗ ਨੇ ਅੱਜ ਤੁਹਾਡਾ ਆਪਣਾ ਝੁੱਗਾ ਸਾੜਨਾ ਔਰ ਇਸ ਲਈ ਤੁਹਾਨੂੰ ਤੁਹਾਡੇ ਕੋਲ ਸਹੀ ਨਹੀਂ ਜਾਣੀ, ਝੱਲੀ ਨਹੀਂ ਜਾਣੀ। ਨਾ ਤੁਸੀਂ ਝੱਲਣ ਜੋਗੇ ਹੋ। ਜਿਹੜੇ ਬੁਜ਼ਦਿਲ ਤੇ ਬੇਗੈਰਤ, ਸਾਡੀ ਕੌਮ ਜਿਹੜੀ ਜੇ ਬੁਜ਼ਦਿਲ ਤੇ ਬੇਗੈਰਤ ਤੇ ਬੇਈਮਾਨ ਹੁੰਦਾ ਨਾ, ਉਹ ਨਹੀਂ ਬਹਾਦਰ ਬੰਦਾ ਹੁੰਦਾ। ਉਹ ਅੱਲਾ ਕੋ ਡਰ ਡੁਰ ਕੇ ਨਾਲੇ ਮਾਫੀਆ ਨਾ ਮੰਗਦਾ, ਨਾਲੇ ਕੁਝ ਸਹਿ ਸੂ ਲੈਂਦਾ। ਉਹਦੀ ਭਾਵੇਂ ਅੱਖ ਵੀ ਕੱਢ ਲਓ, ਸਹਿ ਲੈਂਦਾ। ਅਸੀਂ ਸਾਰੇ ਬੁਜ਼ਦਿਲ ਹਾਂ। ਤੇ ਹੁਣ ਸਾਡੇ ਵਾਸਤੇ ਇਹ ਹੈ ਕਿ ਹੁਣ ਸੁਣ ਲਓ, ਇੱਕ ਬਿਆਨ ਤੁਹਾਨੂੰ ਸੁਣਾਉਣਾ। ਸਿਰਫ ਇੱਕ ਬਿਆਨ ਨਹੀਂ ਸੁਣਾ ਸਕਦਾ, ਦੂਜਾ ਮੈਂ ਸੁਣਾ ਵੀ ਨਹੀਂ ਸਕਦਾ, ਤੁਸੀਂ ਸੁਣ ਨਹੀਂ ਸਕਦੇ। ਇੱਕ ਬਿਆਨ ਸੁਣਾਉਣਾ ਤੁਹਾਨੂੰ, ਥੋੜਾ ਜਿਹਾ ਭੋਰਾ, ਉਹਦੇ ਨਾਲ ਤੁਸੀਂ ਠੱਡੀ ਠਾਰ ਕੁਲਫੀ ਹੋ ਜਾਣਾ। ਪੂਰਾ ਨਹੀਂ ਸੁਣਾਉਣਾ, ਭੋਰਾ ਸੁਣਾਉਣਾ। ਭੋਰਾ ਕੋ ਇਹ ਹੈ ਕਿ ਤੁਹਾਨੂੰ ਮੈਂ ਦੱਸਾਂ, ਜ਼ਾਇਨਿਸਟ ਜਿਹੜੇ ਸੌਨੀ ਨੇ, ਜ਼ਾਇਨਿਸਟ ਜ਼ੈਨਿਜ਼ਮ ਹੈ ਜਿਹੜੀ ਇਸਰਾਈਲ ਦੇ ਵਿੱਚ ਸਰਕਾਰੀ, ਜਿਹੜੀ ਇਸਰਾਈਲ ਦਾ ਸਰਕਾਰੀ ਮਜ਼ਹਬ ਹੈ, ਮੈਂ ਤੁਹਾਨੂੰ ਉਹ ਦੱਸਣ ਡਿਆ। ਉਹ ਕਹਿੰਦਾ ਹੈ ਕਿ ਇਨਸਾਨ ਸਿਰਫ ਯਹੂਦੀ ਹੈ। ਉਹ ਕਹਿੰਦਾ ਇਨਸਾਨ ਸਿਰਫ ਯਹੂਦੀ ਆ, ਬਾਕੀ ਜਿਤਨੇ ਸਾਰਾ ਕੁਝ ਹੈ ਉਹ ਯਹੂਦੀਆਂ ਦੀ ਖਿਦਮਤ ਕਰਨ ਵਾਸਤੇ, ਉਹਨਾਂ ਨੂੰ ਸਰਵ ਕਰਨ ਵਾਸਤੇ, ਉਹਨਾਂ ਦੀ ਨੌਕਰੀ ਕਰਨ ਵਾਸਤੇ, ਉਹਨਾਂ ਦੀ ਗੁਲਾਮੀ ਕਰਨ ਵਾਸਤੇ ਅੱਲਾ ਨੇ ਪੈਦਾ ਕੀਤੇ। ਇਹ ਸਰਕਾਰੀ ਮਜ਼ਹਬ ਹੈ। ਤੇ ਇਸ ਗੱਲ ਦੀ, ਔਰ ਇਸ ਗੱਲ ਤੋਂ ਅੰਨੇਵਾਹ ਲੱਗੇ ਤਾਂ ਇਸ ਗੱਲ ਦੀ ਉਹਨਾਂ ਨੂੰ ਪੂਰੇ ਗੋਰਿਆਂ ਦੀ ਹਮਾਇਤ ਆ, ਪੂਰੀ ਦੀ ਪੂਰੀ ਉਹਨਾਂ ਦੇ ਪਿੱਛੇ ਸਪੋਰਟ ਆ, ਪਿੱਛੇ ਮੋਢੇ ਨਾਲ ਮੋਢਾ ਨਾਲ ਖਲੋਤੇ ਲਾ ਕੇ। ਹਾਲਾਂਕਿ ਇਹਨਾਂ ਹੀ ਗੋਰਿਆਂ ਨੇ ਇੱਕ ਦਿਨ, ਇਹਨਾਂ ਹੀ ਗੋਰਿਆਂ ਨੇ, ਕ੍ਰਿਸਚੀਅਨ ਦੇ ਨੇ ਜਾਂ ਦੂਜਿਆਂ ਨੇ, ਜਿਨ੍ਹਾਂ ਦੀ ਹਕੂਮਤ ਆ, ਜਿਹੜੇ ਹੁਣ ਯਹੂਦੀਆਂ ਦੀ ਸਹੂਨੀਆਂ ਦੀ ਮਦਦ ਕਰ ਰਹੇ ਨੇ, ਉਹਨਾਂ ਨੇ ਕੁਰਾਨ ਦੱਸਦਾ, ਉਹਨਾਂ ਦੀਆਂ ਆਪਣੀਆਂ ਕਿਤਾਬਾਂ ਦੱਸਦੀਆਂ, ਉਹਨਾਂ ਨੇ ਇੱਕ ਦਿਨ ਪਿੱਟਣਾ, ਰੋਣਾ ਤੇ ਸਾਰੀ ਦੁਨੀਆ ਦੀਆਂ ਮਿੰਨਤਾਂ ਕਰਨੀਆਂ ਕਿ ਸਾਨੂੰ ਯਹੂਦੀਆਂ ਕੋ ਬਚਾਓ। ਤੇ ਹੁਣ ਯਹੂਦੀ ਇਹ ਕਹਿੰਦੇ ਆ ਕਿ ਸਾਨੂੰ ਪਹਿਲਾਂ ਇਹ ਪਤਾ ਨਹੀਂ ਸੀ ਕਿ ਅਸੀਂ ਪੂਰੀ ਦੁਨੀਆ ਤੇ ਪਾਵਰ ਨੂੰ ਕੰਟਰੋਲ ਕਰ ਸਕਦੇ ਹਾਂ। ਹੁਣ ਉਹ ਕਹਿੰਦੇ ਹਾਂ ਸਾਨੂੰ ਪਤਾ ਲੱਗ ਗਿਆ, ਅਸੀਂ ਕੰਟਰੋਲ ਕਰ ਸਕਦੇ ਹਾਂ। ਹੁਣ ਇੱਕ ਜਦੋਂ ਬੰਦਾ ਇੰਨਾ ਬੇਗੈਰਤ ਹੋ ਜਾਏ ਤੇ ਉਦੋਂ ਕੁਦਰਤ ਦਾ ਅਸੂਲ ਜਿਹੜਾ ਨਾ ਉਹ ਚੱਲ ਪੈਂਦਾ। ਕੁਦਰਤ ਦਾ ਫਿਰ ਅਸੂਲ ਹੁੰਦਾ ਕਿ ਖੁਦ ਸ਼ਿਕਾਰ ਨੂੰ ਦਰਿੰਦੇ ਦੇ ਮੂੰਹ ਵੱਲ ਲੈ ਕੇ ਜਾਂਦਾ। ਹੁਣ ਇਹ ਜਿਹੜੇ ਗੋਰੇ ਨੇ ਇਹ ਖੁਦ ਆਪਣੇ ਆਪ ਨੂੰ ਦਰਿੰਦਿਆਂ ਦੇ ਮੂੰਹ ਵੱਲ ਲੈ ਕੇ ਜਾ ਰਹੇ ਨੇ, ਤੇ ਨਾਲ ਸਾਨੂੰ ਵੀ। ਇੱਕ ਵਾਰੀ ਨਾ ਸਾਡਾ ਕੰਡਾ ਕੱਢਣਾ ਹੈ, ਪਹਿਲੋਂ ਸਾਡੇ ਅੜਾਟ ਕੱਢਣੇ ਆ, ਪਹਿਲੋਂ ਇਹਨਾਂ ਸਾਡੇ ਕੜਾ ਕੇ ਕੱਢਣੇ ਆ, ਪਰ ਛੇਤੀ ਫਿਰ ਇਹਨਾਂ ਨੂੰ ਆਰਾਮ ਆ ਜਾਣਾ, ਫਿਰ ਇਹਨਾਂ ਦੇ ਕੜਾ ਕੇ ਕੱਢਣੇ ਆ। ਹੁਣ ਉਹਦੇ ਛੋਟੀ ਛੋਟੀ ਗੱਲ ਜਿਹੜੀ ਮੈਂ ਅੱਗੇ ਦੱਸੀ, ਉਹ ਕਹਿੰਦੇ ਸਾਰੀ ਮਖਲੂਕ ਸਾਡੀ ਖਿਦਮਤ ਲਈ, ਸਾਰੀ। ਔਰ ਉਹਨੇ ਕਿਹਾ ਜਿਹੜਾ ਯਹੂਦੀ ਨਹੀਂ ਹੈ ਉਹ ਸਟੂਪਿਡ ਹੈ, ਉਹ ਸਟੂਪਿਡ ਹੈ ਤੇ ਵਾਇਲੈਂਟ ਹੈ। ਤੇ ਅਰਬਾਂ ਦੇ ਬਾਰੇ ਸੁਣ ਲਓ। ਹੁਣ ਅਰਬ ਠੰਡੀ ਠਾਰ ਕੁਲਫੀ ਹੋ ਜਾਣਗੇ। ਅਰਬਾਂ ਨੂੰ ਕਹਿੰਦੇ, ਅਰਬਾਂ ਨੂੰ ਖਾਸ਼ ਹੈ, ਉਹ ਚਾਹੁੰਦੇ ਆ ਉਹਨਾਂ ਤੇ ਕਬਜ਼ਾ ਕੀਤਾ ਜਾਏ, ਉਹ ਮਕਬੂਜ਼ਾ ਰਹਿਣਾ ਪਸੰਦ ਕਰਦੇ। ਇਹ ਅਰਬਾਂ ਨੂੰ, ਅਰਬ ਕੌਣ ਨੇ? ਸਾਊਦੀ ਅਰਬ ਦੂਸਰੇ ਨੇ। ਇਹ ਕੋਈ ਫਲਸਤੀਨੀਆਂ ਦੀ ਗੱਲ ਤੇ ਨਹੀਂ ਕਰ ਰਿਹਾ, ਫਲਸਤੀਨੀਆਂ ਦੀ ਤਾਂ ਅੱਗੇ ਕਹਾਣੀ ਮੁੱਕੀ ਪਈ। ਇਹ ਕਹਿੰਦੇ ਅਰਬ ਜਿਹੜੇ ਆ ਨਾ, ਦੇ ਲਵ ਟੂ ਬੀ ਆਕੂਪਾਈਡ। ਇਹਨਾਂ ਨੂੰ ਆਕੂਪੇਸ਼ਨ ਦੇ ਅੰਦਰ ਆਉਣ ਦਾ, ਅੰਡਰ ਆਕੂਪੇਸ਼ਨ ਆਉਣ ਦਾ, ਜਾਂ ਇਹਨਾਂ ਨੂੰ ਗੁਲਾਮ ਹੋਣ ਦਾ ਜਾਂ ਮਕਬੂਜ਼ਾ ਹੋਣ ਦਾ ਸ਼ੌਂਕ ਹੈ। ਇਹ ਮੈਂ ਤੁਹਾਨੂੰ ਇੱਕ ਗੱਲ ਦੱਸੀ ਹੈ, ਅਗਲੀ ਮੈਂ ਦੱਸਣੀ ਹੈ ਅਗਲੀ 'ਚ। ਲੇਕਿਨ ਇਹ ਗੱਲ ਜਰਾ ਸੋਚ ਲਓ, ਇਹ ਗੱਲ ਦੂਰ ਦਰਾਜ ਦੀ ਨਹੀਂ ਹੈ। ਇਹਦੇ ਪੀਸ ਕਾਰਡ ਹੋਣ ਡੇ ਨੇ, ਇਹਦੇ ਦਸਖਤ ਹੋਣ ਡੇ ਨੇ, ਇਹ ਸਾਰਾ ਕੁਝ ਹੋਣ ਡੇ ਮੁੱਢ ਹੈ। ਇਹ ਸਿਰਫ ਇਹਨਾਂ ਦਾ ਕੰਡਾ ਕੱਢ ਲੈਣ, ਜਿਹੜੇ ਕੁਝ ਲੱਖ 2 ਲੱਖ 4 ਲੱਖ ਬਚ ਗਏ ਨੇ ਫਲਸਤੀਨੀ, ਤੇ ਉਸ ਤੋਂ ਬਾਅਦ ਸਿੱਧਾ ਨਿਸ਼ਾਨਾ ਜਿਹੜਾ ਨਾ ਉਹ ਸਾਊਦੀ ਅਰਬ ਹੋਣਾ। ਡਾਕਟਰ ਇਸਰਾਰ ਕਹਿੰਦੇ ਕਿੰਨੇ ਸਾਲਾਂ ਦਾ, ਪਤਾ ਨਹੀਂ 30 ਸਾਲ 40 ਸਾਲ ਦਾ ਪਹਿਲਾਂ ਦਾ ਕਿਹਾ, ਇਹ ਜੋ ਹਾਲਾਤ ਹੋਣ ਡੇ,
ਇਹੀ ਸਾਡੀ ਸਾਡੀ ਪੇਸ਼ਗੋਈਆਂ ਇਸਲਾਮ 'ਚ ਆ। ਇਹੀ ਸਾਡਾ ਜਿਹੜਾ ਕੁਰਾਨ ਦੱਸਦਾ, ਇਹੀ ਸਾਡਾ ਦੀਨ ਦੱਸਦਾ, ਇਹੀ ਸਾਡੇ ਉਲਮਾ ਦੱਸਦੇ ਕਿ ਕਿੱਦਾਂ ਕਿਹਦੇ ਕੋਲ ਕਿੱਦਾਂ ਜੁੱਤੀਆਂ ਖਾਣੀਆਂ ਤੇ ਕੀ ਹੋਣੀ। ਹਾਂ, ਅੱਜ ਸਾਡੀ ਵਾਰੀ ਹੈ, ਕੱਲ ਵਾਰੀ ਆਉਣੀ ਹੈ ਗੋਰਿਆਂ ਦੀ। ਕੱਲ ਗੋਰਿਆਂ ਦੀ ਵਾਰੀ ਆਣੀ। ਗੋਰੇ